ਤਾਂ ਅਗਰ ਬੇਟੇ ਹੁਣ ਆਪਾਂ ਇੱਥੇ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਕੀ ਮਤਲਬ ਹੈ। ਹੁਣ ਇਸ ਦੀ ਆਪਾਂ ਪਹਿਲਾਂ ਡੈਫੀਨੇਸ਼ਨ ਨੂੰ ਡਿਸਕਸ ਕਰਾਂਗੇ ਕਿ ਡੈਫੀਨੇਸ਼ਨ ਦੇ ਵਿੱਚ ਕੀ ਹੈ। ਕਹਿੰਦਾ ਕਿ ਅਕੋਰਡਿੰਗ ਟੂ ਦਿਸ ਲਾਅ ਇਨ ਐਨ ਆਈਸੋਲੇਟਡ ਸਿਸਟਮ ਵੈਕਟਰ ਸਮ ਆਫ ਲੀਨੀਅਰ ਮੋਮੈਂਟਮ ਆਫ ਆਲ ਬੋਡੀ ਇਜ਼ ਕੰਜ਼ਰਵਡ। ਕਹਿੰਦਾ ਕਿ ਇਸ ਲਾਅ ਦੇ ਅਕੋਰਡਿੰਗ ਸਭ ਤੋਂ ਪਹਿਲੀ ਕੰਡੀਸ਼ਨ ਕੀ ਹੈ ਬੇਟੇ, ਆਈਸੋਲੇਟਡ ਸਿਸਟਮ। ਆਈਸੋਲੇਟਡ ਸਿਸਟਮ ਦਾ ਮਤਲਬ ਕੀ ਹੈ ਬੇਟਾ ਕਿ ਉਸ ਸਿਸਟਮ ਦੇ ਉੱਤੇ ਬਾਹਰ ਵਾਲੀਆਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੋਊਗਾ, ਉਹ ਆਪਣੇ ਆਪ ਦੇ ਵਿੱਚ ਆਈਸੋਲੇਟ ਹੈ। ਤਾਂ ਉਸ ਸਿਸਟਮ ਦੇ ਵਿੱਚ ਬੇਟੇ ਅਗਰ ਆਪਾਂ ਕੋਈ ਵੀ ਆਈਸੋਲੇਟਡ ਸਿਸਟਮ ਆਪਾਂ ਐਜ਼ਿਊਮ ਕਰ ਲਿਆ ਤਾਂ ਉਸ ਦੇ ਵਿੱਚ ਜਿੰਨੇ ਵੀ ਨੰਬਰ ਆਫ ਬੋਡੀਜ਼ ਨੇ ਜਾਂ ਕੋਈ ਵੀ ਬੋਡੀਜ਼ ਨੇ ਉਹਨਾਂ ਦੇ ਉੱਤੇ ਜਿੰਨਾ ਵੀ ਲੀਨੀਅਰ ਮੋਮੈਂਟਮ ਹੈ, ਹਰ ਇੱਕ ਬੋਡੀ ਦੇ ਲੀਨੀਅਰ ਮੋਮੈਂਟਮ ਦਾ ਆਪਾਂ ਵੈਕਟਰ ਸਮ ਜਦੋਂ ਕਰ ਦਈਏ ਉਹ ਕੀ ਹੋਊਗਾ ਬੇਟੇ, ਕੰਜ਼ਰਵਡ ਹੋਊਗਾ ਐਂਡ ਨਾਟ ਅਫੈਕਟਡ ਬਾਈ ਐਕਸ਼ਨ ਐਂਡ ਰਿਐਕਸ਼ਨ। ਤੇ ਉਸ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਹੋਊਗਾ ਕਿਸੇ ਵੀ ਐਕਸ਼ਨ ਔਰ ਰਿਐਕਸ਼ਨ ਦਾ। ਤਾਂ ਇਹ ਸੀ ਬੇਟੇ ਡੈਫੀਨੇਸ਼ਨ। ਹੁਣ ਇਸ ਦੇ ਵਿੱਚ ਬੇਟੇ ਆਪਾਂ ਵੈਕਟਰ ਸਮ ਵਰਡ ਕਿਉਂ ਯੂਜ਼ ਕੀਤਾ ਇਨਸਟੈਡ ਆਫ ਓਨਲੀ ਸਮ। ਬੇਟੇ ਵੈਕਟਰ ਸਮ ਆਪਾਂ ਤਾਂ ਕੀਤਾ ਕਿਉਂਕਿ ਜਿਹੜਾ ਸਾਡਾ ਲੀਨੀਅਰ ਮੋਮੈਂਟਮ ਹੈ ਬੇਟਾ ਉਹ ਵੈਕਟਰ ਕੁਆਂਟਿਟੀ ਹੈ। ਤਾਂ ਆਪਾਂ ਵੈਕਟਰ ਕੁਆਂਟੀਟੀਜ਼ ਦੇ ਲਈ ਆਪਾਂ ਵੈਕਟਰ ਸਮ ਕਹਿੰਦੇ ਹਾਂ ਕਿ ਜਿੰਨੀ ਵੀ ਉਸ ਆਈਸੋਲੇਟਡ ਸਿਸਟਮ ਦੇ ਵਿੱਚ ਬੋਡੀਜ਼ ਨੇ ਉਹਨਾਂ ਦਾ ਸਭ ਦਾ ਵੈਕਟਰ ਸਮ ਕਰ ਦੋ ਕਿਹਦਾ ਬੇਟੇ, ਲੀਨੀਅਰ ਮੋਮੈਂਟਮ ਦਾ, ਉਹ ਕੀ ਹੋਊਗਾ, ਕੰਜ਼ਰਵ ਹੋਊਗਾ। ਹੁਣ ਬੇਟੇ ਨੈਕਸਟ ਆਪਾਂ ਅੱਗੇ ਡੈਰੀਵੇਸ਼ਨ ਦੇ ਵਿੱਚ ਸ਼ੋ ਕਰਾਂਗੇ ਕਿ ਕਿਵੇਂ ਆਪਾਂ ਇਸ ਕੰਜ਼ਰਵੇਸ਼ਨ ਨੂੰ ਆਪਾਂ ਚੈੱਕ ਕਰਦੇ ਹਾਂ, ਦੇਖਦੇ ਹਾਂ ਕਿਵੇਂ ਹੋਊਗਾ। ਹੁਣ ਬੇਟਾ ਇਨੀਸ਼ੀਅਲੀ ਆਪਾਂ ਸਪੋਜ਼ ਕਰ ਲਿਆ ਆਈਸੋਲੇਟਡ ਸਿਸਟਮ ਹੈ ਜਿਸ ਦੇ ਵਿੱਚ ਦੋ ਬੋਡੀਜ਼ ਨੇ A ਤੇ B, ਉਹਨਾਂ ਦੇ ਮੋਮੈਂਟਮ ਕੀ ਨੇ ਬੇਟੇ, PA ਔਰ PB ਆਪਾਂ ਲੈ ਲਏ। ਹੁਣ ਰਾਜੇ ਸੇਮ ਕੈਮੀਕਲ ਰਿਐਕਸ਼ਨ ਵਾਲੀ ਬੇਟਾ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਮਾਈਂਡ ਦੇ ਵਿੱਚ ਲੈ ਕੇ ਐਜ਼ਿਊਮ ਕਰਨਾ ਸ਼ੁਰੂ ਕਰੋ ਕਿ ਪਹਿਲੀ ਸਿਚੁਏਸ਼ਨ ਉਹ ਹੈ ਬੇਟੇ ਜਦੋਂ ਇਹ ਦੋਨੋਂ ਬੋਡੀਜ਼ ਨੇ ਉਹ ਇਹ ਰੈਸਟ ਦੇ ਉੱਤੇ ਨੇ। ਰੈਸਟ ਤੋਂ ਬਾਅਦ ਰੈਸਟ ਦੇ ਉੱਤੇ ਸੀ ਤਾਂ ਉਹਨਾਂ ਦਾ ਮੋਮੈਂਟਮ ਕੀ ਸੀ ਬੇਟੇ, PA ਤੇ PB ਸੀਗਾ। ਉਸ ਤੋਂ ਬਾਅਦ ਦੋਨੇ ਬੋਡੀਜ਼ ਨੇ ਕੋਲਾਈਡ ਕੀਤਾ ਬਹੁਤ ਸਮਾਲ ਟਾਈਮ ਦੇ ਲਈ, ਛੋਟੇ ਟਾਈਮ ਦੇ ਲਈ। ਉਹ ਟਾਈਮ ਕਿੰਨਾ ਸੀਗਾ, ਡੈਲਟਾ T ਸੀਗਾ। ਕੋਲਾਈਡ ਕਰਨ ਤੋਂ ਬਾਅਦ ਬੇਟੇ ਓਬਵੀਅਸ ਹੈ ਉਹ ਕੀ ਹੋ ਗਈਆਂ, ਸੈਪਰੇਟ ਹੋ ਗਈਆਂ। ਸੈਪਰੇਟ ਹੋਣ ਤੋਂ ਬਾਅਦ ਹੁਣ ਇਹ ਕੀ ਚੀਜ਼ ਆ ਗਈ ਬੇਟੇ, ਆਫਟਰ ਰਿਐਕਸ਼ਨ ਉਹਨਾਂ ਦਾ ਜਿਹੜਾ ਮੋਮੈਂਟਮ ਸੀ ਉਹ ਕੀ ਬਣ ਗਿਆ ਰਾਜੇ, PA' ਐਂਡ PB'। ਇਹ ਇਨੀਸ਼ੀਅਲ ਹੋ ਗਿਆ ਬੇਟੇ, ਇਹ ਫਾਈਨਲ ਹੋ ਗਿਆ। ਹੁਣ ਅਕੋਰਡਿੰਗ ਟੂ ਸੈਕਿੰਡ ਲਾਅ ਬੇਟੇ ਜਿਹੜਾ ਚੇਂਜ ਇਨ ਲੀਨੀਅਰ ਮੋਮੈਂਟਮ ਹੈ ਉਹ ਕਿਹਦੇ ਪ੍ਰਪੋਰਸ਼ਨਲ ਹੁੰਦਾ ਸੀ ਰਾਜੇ, ਫੋਰਸ ਦੇ ਹੁੰਦਾ ਸੀਗਾ। ਤਾਂ ਹੁਣ ਆਪਾਂ ਅਕੋਰਡਿੰਗ ਟੂ ਸੈਕਿੰਡ ਲਾਅ ਆਪਾਂ ਕੀ ਕੀਤਾ, ਚੇਂਜ ਇਨ ਲੀਨੀਅਰ ਮੋਮੈਂਟਮ ਆਫ ਬੋਡੀ A ਦਾ ਹੁਣ ਫਾਈਂਡ ਆਊਟ ਕਰਨਾ ਹੈ ਬੇਟੇ। ਜਦੋਂ ਵੀ ਕਿਸੇ ਚੀਜ਼ ਦਾ ਚੇਂਜ ਫਾਈਂਡ ਆਊਟ ਕਰਨਾ ਹੈ ਤਾਂ ਆਪਾਂ ਕੀ ਕਰਦੇ ਹਾਂ, ਫਾਈਨਲ ਮਾਈਨਸ ਇਨੀਸ਼ੀਅਲ ਕਰਦੇ ਹਾਂ। ਤਾਂ ਫਾਈਨਲ ਮੋਮੈਂਟਮ ਕੀ ਸੀ ਬੇਟੇ, ਆ ਉੱਪਰ ਆਪਾਂ ਕਰਕੇ ਆਏ ਹਾਂ ਫਾਈਨਲ ਮੋਮੈਂਟਮ PA', ਇਨੀਸ਼ੀਅਲ ਕੀ ਸੀ ਰਾਜੇ, PA ਸੀਗਾ। ਤਾਂ ਫਾਈਨਲ ਮਾਈਨਸ ਇਨੀਸ਼ੀਅਲ ਕਰਤਾ। ਸਿਮਿਲਰਲੀ ਬੋਡੀ B ਦਾ ਲਿਖਿਆ ਬੇਟੇ ਉਹ ਕੀ ਆ ਗਿਆ, PB' ਮਾਈਨਸ PB ਆ ਗਿਆ। ਹੁਣ ਆਪਾਂ ਨੂੰ ਇਹ ਵੀ ਪਤਾ ਰਾਜੇ ਕਿ ਅਕੋਰਡਿੰਗ ਟੂ ਥਰਡ ਲਾਅ ਕੀ ਹੈ, ਇਕੁਅਲ ਤੇ ਅਪੋਜ਼ਿਟ ਹੁੰਦੀਆਂ ਨੇ। ਹੁਣ ਕਿਉਂਕਿ ਰਾਜੇ ਅਕੋਰਡਿੰਗ ਟੂ ਸੈਕਿੰਡ ਲਾਅ ਚੇਂਜ ਇਨ ਮੋਮੈਂਟਮ ਕਿਹਦੇ ਪ੍ਰਪੋਰਸ਼ਨਲ ਹੁੰਦਾ, ਫੋਰਸ ਦੇ। ਤਾਂ ਇਹ ਦੋਨਾਂ ਦੇ ਕੋਰਸਪੋਂਡਿੰਗ ਆਪਣੇ ਕੋਲ ਫੋਰਸ ਆ ਜੂਗੀ ਤੇ ਉਹ ਫੋਰਸ ਅਕੋਰਡਿੰਗ ਟੂ ਥਰਡ ਲਾਅ ਕੀ ਹੈ ਬੇਟੇ, ਇਕੁਅਲ ਤੇ ਅਪੋਜ਼ਿਟ ਹੈ। ਤਾਂ ਆਪਾਂ ਬੇਟੇ ਇਹੀ ਐਕਸਪ੍ਰੈਸ਼ਨਸ ਦੋਨੋਂ ਜਿਹੜੀਆਂ ਫੋਰਸਿਸ ਨੇ ਇਕੁਅਲ ਅਪੋਜ਼ਿਟ ਕਰਕੇ ਇਹਦੇ ਅੱਗੇ ਨੈਗੇਟਿਵ ਸਾਈਨ ਲੈ ਲਿਆ, ਐਜ਼ ਇਟ ਇਜ਼ ਲੈ ਲਿਆ। ਹੁਣ ਕੀ ਕਰਨਾ ਬੇਟੇ, ਜਿਹੜੀਆਂ ਡੈਸ਼ ਵਾਲੀਆਂ ਕੁਆਂਟੀਟੀਜ਼ ਨੇ ਉਹਨਾਂ ਨੂੰ ਇੱਕ ਸਾਈਡ ਤੇ ਲੈ ਲਿਆ ਔਰ ਵਿਦਾਊਟ ਡੈਸ਼ ਵਾਲੀਆਂ ਨੂੰ ਇੱਕ ਸਾਈਡ ਤੇ। ਤਾਂ ਅਗਰ ਤੁਸੀਂ ਬੇਟਾ ਇਸ ਇਕੁਏਸ਼ਨ ਨੂੰ ਦੇਖੋ ਤਾਂ ਆਹ ਦੋਨੋਂ ਮੋਮੈਂਟਮ ਕੀ ਨੇ ਬੇਟੇ, ਫਾਈਨਲ ਵਾਲੇ ਨੇ। ਆਹ ਦੋਨੋਂ ਮੋਮੈਂਟਮ ਕੀ ਨੇ, ਇਨੀਸ਼ੀਅਲ ਵਾਲੇ ਨੇ। ਤਾਂ ਇਨੀਸ਼ੀਅਲ ਔਰ ਫਾਈਨਲ ਦੋਨੋਂ ਕੀ ਆ ਗਏ ਬੇਟੇ, ਇਕੁਅਲ ਆ ਗਏ। ਤਾਂ ਮੈਂ ਬੇਟਾ ਤੁਹਾਨੂੰ ਕੰਜ਼ਰਵੇਸ਼ਨ ਦਾ ਕੀ ਮਤਲਬ ਦੱਸਿਆ ਸੀ ਕਿ ਅਗਰ ਆਪਾਂ ਕੈਮੀਕਲ ਰਿਐਕਸ਼ਨ ਦੀ ਗੱਲ ਕਰਦੇ ਹਾਂ ਬਿਫੋਰ ਔਰ ਆਫਟਰ ਦੋਨੋਂ ਵੈਲਿਊਜ਼ ਕੀ ਹੋਣਗੀਆਂ, ਸੇਮ ਹੋਣਗੀਆਂ। ਤਾਂ ਬਿਫੋਰ ਸਾਡਾ ਜਿਹੜਾ ਸੀ ਕੋਲੀਜਨ ਤੋਂ ਪਹਿਲਾਂ ਵਾਲਾ ਮੋਮੈਂਟਮ ਸੀ ਬੇਟੇ ਉਹ ਸੀਗਾ PA ਪਲੱਸ PB। ਤਾਂ ਦੇਖੋ ਇੱਥੇ ਦੋਨੋਂ ਹੀ ਇਕੁਅਲ ਆ ਗਏ। ਦਿਸ ਇਕੁਏਸ਼ਨ ਬੇਟਾ ਵਿਚ ਸ਼ੋਜ਼ ਟੋਟਲ ਫਾਈਨਲ ਲੀਨੀਅਰ ਮੋਮੈਂਟਮ ਆਫ ਆਈਸੋਲੇਟਡ ਸਿਸਟਮ ਇਕੁਅਲ ਟੂ ਦਾ ਟੋਟਲ ਇਨੀਸ਼ੀਅਲ ਲੀਨੀਅਰ ਮੋਮੈਂਟਮ। ਤਾਂ ਦੋਨੋਂ ਕੀ ਆ ਗਏ ਬੇਟੇ, ਇਕੁਅਲ ਆ ਗਏ। ਤਾਂ ਇਹ ਕੀ ਹੋ ਗਿਆ, ਸਾਡਾ ਕੰਜ਼ਰਵੇਸ਼ਨ ਹੋ ਗਿਆ ਲੀਨੀਅਰ ਮੋਮੈਂਟਮ ਦਾ। ਹੁਣ ਨੈਕਸਟ ਬੇਟੇ ਆਪਾਂ ਇਸ ਦੀ ਇੱਕ ਪ੍ਰੈਕਟੀਕਲ ਐਪਲੀਕੇਸ਼ਨ ਡਿਸਕਸ ਕਰਾਂਗੇ। ਉਸ ਦੇ ਵਿੱਚ ਆਪਾਂ ਚੈੱਕ ਕਰਾਂਗੇ ਕਿ ਜਿਹੜਾ ਲੀਨੀਅਰ ਮੋਮੈਂਟਮ ਹੈ ਉਹ ਕਿਵੇਂ ਕੰਜ਼ਰਵ ਹੋ ਰਿਹਾ ਹੈ। ਤਾਂ ਇਹ ਪ੍ਰੈਕਟੀਕਲ ਐਪਲੀਕੇਸ਼ਨ ਕੀ ਹੈ ਬੇਟੇ, ਰੀਕੁਆਇਲਿੰਗ ਆਫ ਗਨ। ਤਾਂ ਸਭ ਤੋਂ ਪਹਿਲਾਂ ਬੇਟੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਰੀਕੁਆਇਲਿੰਗ ਦਾ ਮਤਲਬ ਕੀ ਹੈ। ਬੇਟੇ ਜਦੋਂ ਵੀ ਤੁਸੀਂ ਕਿਸੇ ਗਨ ਦੇ ਨਾਲ ਸ਼ੂਟ ਕਰਦੇ ਹੋ ਤਾਂ ਦੇਖਿਆ ਹੋਊਗਾ ਜਿਹੜੀ ਬੇਟਾ ਬੁਲੇਟ ਹੈ ਉਹ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਜਾਂਦੀ ਹੈ। ਉਹਦੇ ਕੋਰਸਪੋਂਡਿੰਗ ਨਾਲ ਦੀ ਨਾਲ ਜਦੋਂ ਤੁਸੀਂ ਸ਼ੂਟ ਕਰਦੇ ਹੋ ਬੇਟੇ ਬੈਕਵਰਡ ਤੁਹਾਨੂੰ ਇੱਕ ਜਰਕ ਤੁਹਾਡੇ ਸ਼ੋਲਡਰ 'ਤੇ ਫੀਲ ਹੁੰਦਾ ਹੈ।
ਜਿੰਨਾ ਹੀ ਉਹ ਅੱਗੇ ਮੂਵ ਕਰਦੀ ਹੈ ਉਨਾ ਹੀ ਉਹ ਪਿੱਛੇ ਆ ਜਾਂਦੀ ਹੈ। ਤਾਂ ਉਹਦਾ ਵਾਪਿਸ ਆਉਣਾ ਕੀ ਕਹਾਂਦਾ ਰਾਜੇ, ਉਸਨੂੰ ਕੀ ਬੋਲਦੇ ਨੇ, ਰੀਕੋਇਲਿੰਗ ਬੋਲਦੇ ਨੇ। ਵੈਨ ਅ ਬੁਲੇਟ ਇਜ਼ ਫਾਇਰਡ ਫਰੋਮ ਅ ਗਨ, ਦ ਗਨ ਰੀਕੋਇਲ, ਸੋ ਦੈਟ ਰੀਕੋਇਲ ਦਾ ਮਤਲਬ ਕੀ ਹੈ ਬੇਟੇ, ਮੂਵਜ਼ ਇਨ ਓਪੋਜ਼ਿਟ ਡਾਇਰੈਕਸ਼ਨ ਟੂ ਦ ਡਾਇਰੈਕਸ਼ਨ ਆਫ ਮੋਸ਼ਨ ਆਫ ਬੁਲੇਟ, ਕਿ ਬੁਲੇਟ ਦੇ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਗਨ ਦਾ ਮੂਵ ਹੋਣਾ ਕੀ ਬੋਲਦਾ ਬੇਟੇ, ਉਸਨੂੰ ਕੀ ਬੋਲਦੇ ਆ, ਰੀਕੋਇਲਿੰਗ ਬੋਲਦੇ ਆ। ਹੁਣ ਰਾਜੇ ਆਪਾਂ ਕੰਸੀਡਰ ਕਰ ਲਿਆ, ਹੁਣ ਆਪਾਂ ਇਸ ਕੇਸ ਦੇ ਵਿੱਚ ਆਪਾਂ ਵੈਲੋਸਿਟੀ ਫਾਈਂਡ ਕਰਾਂਗੇ, ਠੀਕ ਹੈ ਜੀ। ਹੁਣ ਉਸ ਦੇ ਵਾਸਤੇ ਆਪਾਂ ਕੀ ਕੀਤਾ, ਆਪਾਂ ਸਪੋਜ਼ ਕਰ ਲਿਆ ਬੇਟੇ ਲੈਟ ਕੈਪੀਟਲ ਐਮ ਹੈ ਜਿਹੜਾ ਉਹ ਮਾਸ ਆਫ ਗਨ ਹੈ। ਬੇਟੇ ਕਨਫਿਊਜ਼ਨ ਨਾ ਹੋਵੇ ਤਾਂ ਇੱਥੋਂ ਯਾਦ ਰੱਖਣਾ, ਗਨ ਹੈ ਜਿਹੜੀ ਉਹ ਸਾਈਜ਼ ਦੇ ਵਿੱਚ ਵੱਡੀ ਹੈ ਤਾਂ ਕੈਪੀਟਲ ਐਮ ਲੈ ਲਿਆ, ਬੁਲੇਟ ਕੀ ਹੈ ਰਾਜੇ ਸਮੋਲ ਹੈ ਤਾਂ ਉਹਦੇ ਲਈ ਆਪਾਂ ਕੀ ਲੈ ਲਿਆ ਰਾਜੇ, ਸਮੋਲ ਐਮ ਕੰਸੀਡਰ ਕਰ ਲਿਆ ਮਾਸ ਆਫ ਬੁਲੇਟ। ਹੁਣ ਫਸਟ ਸਿਚੁਏਸ਼ਨ ਲਈ ਬੇਟੇ ਜਦੋਂ ਬੁਲੇਟ ਔਰ ਗਨ ਦੋਨੋਂ ਕੀ ਨੇ ਬੇਟੇ, ਰੈਸਟ 'ਤੇ ਨੇ, ਤਾਂ ਇਹਦਾ ਮਤਲਬ ਟੋਟਲ ਮੋਮੈਂਟਮ ਦੋਨਾਂ ਦਾ ਕੀ ਹੋਊਗਾ, 0 ਹੋਊਗਾ, ਕਿਉਂਕਿ ਮੋਮੈਂਟਮ ਕੀ ਸੀ ਬੇਟੇ, ਮੋਮੈਂਟਮ ਤਾਂ ਉਹ ਚੀਜ਼ ਸੀ ਜਦੋਂ ਕੋਈ ਪਾਰਟੀਕਲ ਮੂਵ ਕਰਦਾ ਸੀਗਾ, ਤਾਂ ਇਹਦਾ ਮਤਲਬ ਕੀ ਹੋਇਆ ਬੇਟੇ, ਦੋਨਾਂ ਦਾ ਮੋਮੈਂਟਮ 0 ਹੋ ਗਿਆ। ਹੁਣ ਦੂਜੀ ਸਿਚੁਏਸ਼ਨ ਕੀ ਆਪਾਂ ਕੰਸੀਡਰ ਕੀਤੀ, ਜਦੋਂ ਬੁਲੇਟ ਹੈ ਫਾਇਰ ਕੀਤਾ ਸੀ ਬੁਲੇਟ ਨੂੰ, ਉਸ ਦੀ ਵੈਲੋਸਿਟੀ ਬੇਟੇ u ਹੈ, ਔਰ ਗਨ ਜਿੰਨੀ ਵੈਲੋਸਿਟੀ ਦੇ ਨਾਲ ਵਾਪਿਸ ਆਈ ਰੀਕੋਇਲ ਕੀਤੀ ਉਸ ਨੂੰ ਆਪਾਂ v ਲੈ ਲਿਆ। ਹੁਣ ਅਗਰ ਇਸ ਦਾ ਬੇਟੇ ਆਪਾਂ ਕੀ ਲਿਖਾਂਗੇ, ਟੋਟਲ ਮੋਮੈਂਟਮ ਆਫਟਰ ਫਾਇਰਿੰਗ, ਤਾਂ ਦੋਨਾਂ ਦਾ ਕੀ ਹੋ ਜੂ, ਐਡ ਹੋ ਜੂ ਬੇਟੇ। ਜਦੋਂ ਆਪਾਂ ਗੱਲ ਕਰਾਂਗੇ ਬੁਲੇਟ ਦੀ ਮੋਮੈਂਟਮ ਦੀ, ਤਾਂ ਮੋਮੈਂਟਮ ਦਾ ਫਾਰਮੂਲਾ ਕੀ ਸੀ ਬੇਟੇ, mv, v ਵੈਲੋਸਿਟੀ ਸੀ। ਹੁਣ ਇੱਥੇ ਬੁਲੇਟ ਦਾ ਮਾਸ ਕਿੰਨਾ ਬੇਟੇ, ਸਮੋਲ m ਹੈ, ਔਰ ਬੁਲੇਟ ਦੀ ਵੈਲੋਸਿਟੀ ਕਿੰਨੀ ਹੈ, u। ਸਿਮਿਲਰਲੀ ਬੇਟੇ ਗਨ ਦੀ ਆ ਗਈ ਰੀਕੋਇਲਿੰਗ ਦੀ, m ਇੰਟੂ v। ਹੁਣ ਆਪਾਂ ਨੂੰ ਪਤਾ ਰਾਜੇ ਅਕੋਰਡਿੰਗ ਟੂ ਕੰਜ਼ਰਵੇਸ਼ਨ ਦੋਨੋਂ ਮੋਮੈਂਟਮ ਕੀ ਹੋਣਗੇ ਰਾਜੇ, ਇਕੁਅਲ ਹੋਣਗੇ। ਤਾਂ ਆਹ ਮੋਮੈਂਟਮ ਸਾਡਾ ਫਾਈਨਲ ਸੀ, ਇਨੀਸ਼ੀਅਲ ਬੇਟਾ ਸਾਡਾ 0 ਸੀ, ਤਾਂ ਇੱਥੇ ਆਪਾਂ ਕੀ ਫਾਈਂਡ ਕਰ ਲਿਆ ਬੇਟੇ, v ਦੀ ਵੈਲਿਊ ਹੋਗੀ ਇਸ ਵੈਲੋਸਿਟੀ ਦੇ ਨਾਲ ਬੇਟਾ ਜਿਹੜੀ ਗਨ ਹੈ ਉਹ ਰੀਕੋਇਲ ਕਰੂਗੀ। ਤਾਂ ਬੇਟੇ ਇਸ ਟਾਈਪ ਦੇ ਨਾਲ ਆਪਾਂ ਕੀ ਕਰਾਂਗੇ, ਕੰਜ਼ਰਵੇਸ਼ਨ ਨੂੰ ਆਪਾਂ ਅਪਲਾਈ ਕਰਦੇ ਹਾਂ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ। ਤਾਂ ਬੇਟੇ ਆਲਵੇਜ਼ ਜਿੱਥੇ ਵੀ ਕਦੀ ਨੈਗੇਟਿਵ ਸਾਈਨ ਆ ਗਿਆ ਨਾ, ਤਾਂ ਮਾਈਂਡ ਦੇ ਵਿੱਚ ਇਹ ਰੱਖ ਲੈਣਾ ਕਿ ਨੈਗੇਟਿਵ ਸਾਈਨ ਆਲਵੇਜ਼ ਇੰਡੀਕੇਟ ਆਪੋਜ਼ਿਟ ਡਾਇਰੈਕਸ਼ਨ। ਤਾਂ ਇਹ ਕੀ ਹੈ ਬੇਟੇ, ਗਨ ਦੀ ਸੀਗੀ ਨਾ, ਕਿ ਗਨ ਕਿੰਨੇ ਵੈਲੋਸਿਟੀ ਦੇ ਨਾਲ ਰੀਕੋਇਲ ਕਰੂਗੀ, ਉਹ ਆਪਾਂ ਨੂੰ ਪਤਾ ਹੈ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕਰੂਗੀ। ਤਾਂ ਇਹ ਨੈਗੇਟਿਵ ਸਾਈਨ ਮੈਥਮੈਟਿਕਲੀ ਵੀ ਸਾਨੂੰ ਸ਼ੋ ਕਰ ਰਿਹਾ ਹੈ ਕਿ ਜਿਹੜੀ ਗਨ ਹੈ ਬੇਟੇ ਉਹ ਰੀਕੋਇਲ ਕਰ ਰਹੀ ਹੈ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਹੁਣ ਇਸ ਤੋਂ ਬਾਅਦ ਬੇਟੇ ਆਪਾਂ ਡਿਸਕਸ ਕਰਾਂਗੇ ਨਿਊਟਨ ਦਾ ਥਰਡ ਲਾਅ। ਤਾਂ ਥਰਡ ਲਾਅ ਬੇਟੇ ਆਲਮੋਸਟ ਆਪਣਾ ਕਾਫੀ ਉਹਦੇ ਵਿੱਚ ਤੁਹਾਨੂੰ ਸਮਝ ਆ ਹੀ ਗਿਆ ਹੋਊਗਾ, ਤਾਂ ਹੁਣ ਆਪਾਂ ਉਸ ਨੂੰ ਐਕਸਪਲੇਨ ਕਰਦੇ ਹਾਂ। ਟੂ ਐਵਰੀ ਐਕਸ਼ਨ ਦੇਅਰ ਇਜ਼ ਐਨ ਇਕੁਅਲ ਐਂਡ ਅਪੋਜ਼ਿਟ ਰਿਐਕਸ਼ਨ। ਬੇਟੇ ਜਦੋਂ ਵੀ ਕੋਈ ਐਕਸ਼ਨ ਹੋਊਗਾ ਤਾਂ ਉਹਦੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਲਵੇਜ਼ ਇੱਕ ਰਿਐਕਸ਼ਨ ਆਉਂਦਾ ਹੈ, ਜੋ ਕਿ ਹੁਣ ਆਪਾਂ ਬੁਲੇਟ ਔਰ ਗਨ ਦੇ ਕੇਸ ਦੇ ਵਿੱਚ ਕਰ ਲਿਆ। ਐਕਸ਼ਨ ਕੀ ਹੋਇਆ ਸੀ ਬੇਟੇ, ਬੁਲੇਟ ਨੂੰ ਫਾਇਰ ਕੀਤਾ ਸੀ ਫਾਰਵਰਡ ਡਾਇਰੈਕਸ਼ਨ ਦੇ ਵਿੱਚ, ਰਿਐਕਸ਼ਨ ਕੀ ਹੋਇਆ ਬੇਟੇ, ਉਹ ਬੈਕਵਰਡ ਆ ਗਈ। ਤਾਂ ਇਸ ਕਰਕੇ ਬੇਟਾ ਆਪਾਂ ਕੀ ਲਿਖ ਸਕਦੇ ਹਾਂ, f of AB equals to minus of FBA। ਹੁਣ ਬੇਟੇ ਆਪਾਂ ਐਕਸਪਲੇਨ ਕਰਾਂਗੇ ਥਰਡ ਲਾਅ ਨੂੰ। ਹੁਣ ਇਸ ਦੇ ਵਿੱਚ ਆਪਾਂ ਪ੍ਰੂਫ ਕਰਾਂਗੇ ਕਿ f of 1 ਜਾਂ AB equals to negative of f of BA ਹੈ। ਉਹਦੇ ਲਈ ਬੇਟੇ ਆਪਾਂ ਸਪੋਜ਼ ਕੀਤਾ ਕਿ ਇਸ ਤੋਂ ਪਹਿਲਾਂ ਬੇਟੇ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਬੇਟੇ, ਜੋ ਥਰਡ ਲਾਅ ਹੈ ਨਾ ਉਹ ਸਾਨੂੰ ਕਿਸ ਚੀਜ਼ ਬਾਰੇ ਦੱਸਦਾ ਹੈ ਕਿ ਜਿਹੜੀਆਂ ਫੋਰਸਿਸ ਨੇ ਨਾ ਬੇਟੇ ਆਲਵੇਜ਼ ਉਹ ਐਗਜ਼ਿਸਟ ਕਰਦੀਆਂ ਨੇ ਪੇਅਰਸ ਦੇ ਵਿੱਚ। ਤਾਂ ਇਹ ਚੀਜ਼ ਨੂੰ ਬੇਟੇ ਮਾਈਂਡ ਦੇ ਵਿੱਚ ਰੱਖਣਾ ਹੈ। ਤਾਂ ਦੇਖੋ ਹੁਣ ਅਕੋਰਡਿੰਗ ਟੂ ਥਰਡ ਲਾਅ ਆਪਾਂ f of 1 equals to f of ਨੈਗੇਟਿਵ ਆਫ f of 2 ਲਿਖਦੇ ਹਾਂ। ਤਾਂ ਇਹਦਾ ਮਤਲਬ ਕੀ ਹੈ ਬੇਟੇ ਕਿ ਦੋਨੋਂ ਜਿਹੜੀਆਂ ਆਲਵੇਜ਼ ਜਿਹੜੀ ਫੋਰਸ ਹੈ ਨਾ ਹਮੇਸ਼ਾ ਹੀ ਪੇਅਰ ਦੇ ਵਿੱਚ ਐਗਜ਼ਿਸਟ ਕਰਦੀ ਹੈ, ਜਿਹੜਾ ਕਿ ਸਾਨੂੰ ਨਿਊਟਨ ਦੇ ਥਰਡ ਲਾਅ ਤੋਂ ਪਤਾ ਲੱਗਦਾ ਹੈ। ਹੁਣ ਉਹਦੇ ਲਈ ਅਗਰ ਪੇਅਰ ਦੇ ਵਿੱਚ ਹੈ ਤਾਂ ਇਹਦਾ ਮਤਲਬ ਕੀ ਹੈ ਬੇਟੇ, ਦੋ ਬੋਡੀਜ਼ ਐਸੋਸੀਏਟ ਕਰਨਗੀਆਂ। ਉਹਦੇ ਵਾਸਤੇ ਆਪਾਂ ਕੰਸੀਡਰ ਕਰ ਲਿਆ ਕਿ ਆਪਾਂ ਦੋ ਬੋਡੀਜ਼ ਕੰਸੀਡਰ ਕਰ ਲਈਆਂ, ਬੋਡੀ A ਔਰ B। ਉਹਨਾਂ ਦਾ ਬੇਟੇ ਚੇਂਜ ਇਨ ਮੋਮੈਂਟਮ ਕੀ ਹੈ, ਡੈਲਟਾ P1 ਔਰ ਡੈਲਟਾ P2। ਹੁਣ ਰਾਜੇ ਅਕੋਰਡਿੰਗ ਟੂ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੋਨਾਂ ਦਾ ਬੇਟੇ ਜੋ ਐਡ ਹੋਊਗਾ ਉਹ ਇਕੁਅਲਸ ਟੂ 0 ਹੋਊਗਾ। ਜਾਂ ਆਪਾਂ ਇਸ ਇਕੁਏਸ਼ਨ ਨੂੰ ਬੇਟੇ ਨੈਗੇਟਿਵ ਆਫ P2 ਵੀ ਲਿਖ ਸਕਦੇ ਹਾਂ ਔਰ ਨੈਗੇਟਿਵ ਆਫ P1 ਵੀ ਲਿਖ ਸਕਦੇ ਹਾਂ। ਹੁਣ ਬੇਟੇ ਅਰਲੀਅਰ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਇਹ ਡੈਲਟਾਜ਼ ਨੇ ਨਾ ਬੇਟੇ, ਇਹਨਾਂ ਨੂੰ ਆਪਾਂ ਸੋਲਵ ਨਹੀਂ ਕਰ ਸਕਦੇ। ਇਹਨਾਂ ਨੂੰ ਸੋਲਵ ਕਰਨ ਵਾਸਤੇ ਸਾਨੂੰ ਲਿਮਿਟ ਲੈਣੀ ਪੈਂਦੀ ਹੈ। ਲਿਮਿਟ ਤੋਂ ਬਾਅਦ ਇਹ ਡੈਲਟਾ ਕਿਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ, D ਦੇ ਵਿੱਚ। ਤਾਂ ਉਹਦੇ ਵਿੱਚ ਤੇ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ, ਡਿਵਾਈਡ ਕਰਤਾ ਸੀ ਹੋਲ ਇਕੁਏਸ਼ਨ ਨੂੰ ਡੈਲਟਾ T ਦੇ ਨਾਲ। ਤਾਂ ਬੇਟੇ ਆਪਾਂ ਇਸ ਹੋਲ ਇਕੁਏਸ਼ਨ ਨੂੰ ਡਿਵਾਈਡ ਕੀਤਾ ਡੈਲਟਾ T ਦੇ ਨਾਲ।
ਹੁਣ ਅੱਗੇ ਕੀ ਕੀਤਾ ਬੇਟੇ, ਆਪਾਂ ਨੂੰ ਪਤਾ ਹੈ ਕਿ ਇਸ ਡੈਲਟਾ ਨੂੰ ਕਨਵਰਟ ਕਰਨਾ ਸੀ ਡੀ ਦੇ ਵਿੱਚ, ਉਹਦੇ ਵਾਸਤੇ ਸਾਨੂੰ ਕੀ ਕਰਨਾ ਪਊ ਬੇਟੇ, ਡੈਲਟਾ ਟੀ ਅਪਰੋਚਿਸ ਟੂ 0 ਲਿਮਿਟ ਲੈਣੀ ਪਊ। ਤਾਂ ਆਪਾਂ ਦੋਨਾਂ ਦੇ ਅੱਗੇ ਬੇਟੇ ਆਪਾਂ ਕੀ ਲੈ ਲਈ, ਇਸ ਨੂੰ ਬੋਲਦੇ ਨੇ ਐਲ ਟੀ ਬੋਲਦੇ ਨੇ ਬੇਟਾ ਲਿਮਿਟ। ਲਿਮਿਟ ਦਾ ਸ਼ਾਰਟ ਫਾਰਮ ਹੈ, ਚਾਹੇ ਤਾਂ ਤੁਸੀਂ ਫੁੱਲ ਵਰਡ ਲਿਖ ਲਓ ਚਾਹੇ ਐਲ ਟੀ ਲਿਖ ਲਓ, ਐਲ ਟੀ ਡੈਲਟਾ ਟੀ ਅਪਰੋਚਿਸ ਟੂ 0। ਤਾਂ ਦੋਨਾਂ ਸਾਈਡਸ 'ਤੇ ਬੇਟੇ ਅਸੀਂ ਲਿਮਿਟ ਲੈ ਲਈ। ਤਾਂ ਜਦੋਂ ਆਪਾਂ ਲਿਮਿਟ ਲਵਾਂਗੇ ਤਾਂ ਬੇਟੇ ਇਹ ਤੁਹਾਡਾ ਮੈਥਮੈਟੀਕਲ ਫਾਰਮੂਲਾ, ਇਹ ਜਿਹੜੀ ਸਾਰੀ ਚੀਜ਼ ਹੈ ਨਾ ਉਹ ਕਨਵਰਟ ਕਾਹਦੇ ਵਿੱਚ ਹੋ ਜੂਗੀ ਬੇਟੇ, ਡੀ ਦੇ ਵਿੱਚ। ਆਹ ਦੋ ਟਰਮਸ ਐਜ਼ ਇਟ ਇਜ਼ ਰਹਿ ਜਾਂਦੀਆਂ ਨੇ, ਜਾਂ ਸਿੰਪਲ ਬੇਟੇ ਲਰਨ ਕਰਨ ਲਈ ਰੱਖ ਲਓ ਕਿ ਆਹ ਜਿਹੜਾ ਹੋਲ ਹੈ ਲਿਮਿਟ ਔਰ ਡੈਲਟਾ, ਇਹ ਕਨਵਰਟ ਹੋ ਜੂਗਾ ਡੀ ਦੇ ਵਿੱਚ। ਤਾਂ ਇਹ ਇਕੁਏਸ਼ਨ ਬੇਟੇ ਆਪਣੇ ਕੋਲ ਐਜ਼ ਇਟ ਇਜ਼ ਆ ਗਈ। ਤਾਂ ਹੁਣ ਅਕੋਰਡਿੰਗ ਟੂ ਬੇਟੇ ਨਿਊਟਨਸ ਸੈਕਿੰਡ ਲਾਅ ਆਪਾਂ ਕੀ ਬੋਲਦੇ ਸੀ, ਰੇਟ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਫੋਰਸ। ਤਾਂ ਬੇਟੇ ਇਹ ਫੋਰਸ ਕੀ ਆ ਗਈ, ਚਾਹੇ ਇਸ ਨੂੰ F2 ਲਿਖ ਲਓ, ਇੱਥੇ F ਆਫ ਬੀ ਏ ਲਿਖ ਲਓ, ਨੈਗੇਟਿਵ ਆਫ ਕੀ ਆ ਗਿਆ ਬੇਟੇ, F ਆਫ ਏ ਬੀ। ਤਾਂ ਇਹ ਕੀ ਸੀ ਬੇਟੇ, ਸਾਡਾ ਨਿਊਟਨ ਦਾ ਥਰਡ ਲਾਅ ਸੀ। ਤਾਂ ਬੇਟੇ ਅੱਜ ਲਈ ਇੰਨਾ ਹੀ। ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ। ਅਗਰ ਕੋਈ ਕਿਊਰੀ ਹੋਵੇ ਬੇਟਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ।